बोले सोनिहार सत श्री अकाल। पंकज बंदन पाद पंकज बंदन सिमरो अंगद दुख निकंदन। गुर अमरदास हृदय नित त्यावो, हृदय नित त्यावो। गुरु रामदास गुण गावो, गुरु अर्जुन विघ्न के नाशक, विघ्न के नाशक। गुरु हर गोबिंद सोमत प्रकाशक। श्री हर राय नमो कर जोरी, नमो कर जोरी। श्री हरि कृष्ण मनाए बहारी। गुरु तेग बहादुर परम कृपाला, परम कृपाला। गुरु गोबिंद सिंह विशाल, एक ओंकार सतगुरु तेह प्रसाद सच होए। वाहेगुरु जी की फतेह, विघ्न विनाशन सोए। वाहेगुरु जी की फतेह, विघ्न विनाशन सोए। परम सन्मानयोग हाजरा हजूर जहरा जहूर, वालिए कुल आलम मुजस्माए सबद, रहबर ए कुल कायनात। राजान राज पानान पानान, देवान देव उपमा महान। धन धन साहिब श्री गुरु ग्रंथ साहिब जी महाराज, जिन्हां दी पाक हजूरी अंदर आप जुड़ बैठे हो। धन धन साहिब श्री गुरु तेग बहादुर जी महाराज, जिन्हां दे पावक अस्थान गुरुद्वारा श्री कोठा साहिब विखे संध्या दे दीवाना दे समय हाजरियां भरदे होए अपने मनुखी जीवन नूं सफला कर रहे हो। भाई साहिब भाई गुरदास जी के फरमान अनुसार, बाबा दिखे ध्यान धर जलती सब पृथ्वी दिसियाई। बाबा पैदा सचखंड नाम निध नाम गरीबी पाई। बाबे भेख बनाया उदासी की रीत चलाई। चढ़िया सोदन धरत लुकाई दे हेमा वाका अनुसार। धन गुरु नानक देव जी महाराज, जिन्हां दियां कीतियां होईयां चार प्रचार यात्रावां, चार संसार दियां उदासियां, जिन्हां दा इतिहास आ संग जी आपां चौथे पहर दे समय सरवण कर रहे हाँ।
ਚੱਲ ਰਹੇ ਇਤਿਹਾਸ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਕੱਲ ਸਾਧ ਸੰਗਤ ਜੀ ਪਹੁੰਚੇ ਨੇ ਅਹਿਮਦਾਬਾਦ ਦੀ ਧਰਤੀ ਤੇ। ਉਥੋਂ ਦਾ ਹਾਲ ਦੇਖ ਕਰਕੇ ਭਾਈ ਮਰਦਾਨਾ ਜੀ ਨੇ ਕੁਝ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਸਾਂਝੇ ਕੀਤੇ ਨੇ, ਜਿਹਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉੱਤਰ ਤਾਂ ਦਿੱਤੇ ਨੇ, ਪਰ ਭਾਈ ਮਰਦਾਨਾ ਜੀ ਦੀ ਜਿਹੜੀ ਸ਼ੰਕਾ ਹੈ ਮਨ ਦੀ, ਉਹ ਨਿਵਰਤ ਨਹੀਂ ਹੋ ਰਹੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੀ ਨਿਵਰਤੀ ਕਰਨ ਲਈ ਇੱਕ ਤਰੀਕਾ ਵਰਤਿਆ ਕਿ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਦੇ ਪੇਟ ਉੱਪਰ ਇੱਕ ਮਿੱਠੇ ਰਸ ਦੀ ਬੂੰਦ ਉਹ ਪਾ ਦਿੱਤੀ ਹੈ, ਜਿਹਦੇ ਕਾਰਨ ਬਹੁਤ ਸਾਰੀਆਂ ਕੀੜੀਆਂ ਭਾਈ ਮਰਦਾਨਾ ਜੀ ਦੇ ਪੇਟ ਤੇ ਆ ਖੜੀਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਕੀੜੀ ਭਾਈ ਮਰਦਾਨਾ ਜੀ ਦੇ ਪੇਟ ਨੂੰ ਕੱਟਦੀ ਹੈ ਤੇ ਭਾਈ ਮਰਦਾਨਾ ਜੀ ਉੱਠਦੇ ਨੇ ਤੇ ਗੁੱਸੇ ਦੇ ਵਿੱਚ ਆ ਕਰਕੇ ਸਾਰੀਆਂ ਕੀੜੀਆਂ ਨੂੰ ਮਾਰਦੇ ਨੇ। ਇਸੇ ਤਰ੍ਹਾਂ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਕੌਤਕ ਵਰਤਾਇਆ ਹੈ, ਜਿਹਦੇ ਨਾਲ ਭਾਈ ਮਰਦਾਨਾ ਜੀ ਨੂੰ ਸਮਝ ਆ ਗਈ ਹੈ ਕਿ ਕਸੂਰ ਕਿਸੇ ਸਮੇਂ ਇੱਕ ਦਾ ਹੁੰਦਾ ਹੈ, ਪਰ ਭੋਗਣਾ ਸਾਰਿਆਂ ਨੂੰ ਪੈਂਦਾ ਹੈ। ਭਾਵ ਕਿ ਕੋ ਕਰਮ ਕਿਸੇ ਇੱਕ ਨੇ ਕੀਤਾ ਹੁੰਦਾ ਹੈ, ਪਰ ਉਹਦੇ ਪਿੱਛੇ ਸਜ਼ਾ ਸਾਰਿਆਂ ਨੂੰ ਭੁਗਤਣੀ ਪੈਂਦੀ। ਇਸ ਗੱਲ ਦੀ ਸਮਝ ਲੱਗਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਮਰਦਾਨਾ ਜੀ ਰਸਤੇ ਦੇ ਵਿੱਚ ਤੁਰੇ ਜਾ ਰਹੇ ਨੇ ਤੇ ਬਟਾਲੇ ਨਗਰ ਦੇ ਵਿੱਚ ਪਹੁੰਚੇ। ਜਦੋਂ ਬਟਾਲੇ ਨਗਰ ਦੇ ਵਿੱਚ ਪਹੁੰਚੇ ਨੇ, ਅਜਿੱਤੇ ਰੰਧਾਵੇ ਦਾ ਖੂਹ ਦੇਖਿਆ, ਉਹਦੇ ਉੱਪਰ ਬੈਠੇ ਨੇ। ਬਹੁਤ ਹੀ ਛਾਂ ਉਸ ਅਸਥਾਨ ਤੇ ਹੈ, ਕਿਸੇ ਤਰ੍ਹਾਂ ਦਾ ਕੋਈ ਰੌਲਾ ਨਹੀਂ, ਬਹੁਤ ਪ੍ਰਕਿਰਤੀ ਸ਼ਾਂਤ ਹੈ। ਤੇ ਭਾਈ ਮਰਦਾਨਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਬੈਠੇ ਨੇ। ਪਿੰਡ ਦੇ ਕਿਸੇ ਵਿਅਕਤੀ ਨੇ ਜਦੋਂ ਦੇਖਿਆ ਹੈ ਤੇ ਜਾ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਹੁਰੇ ਨੂੰ ਖਬਰ ਦਿੱਤੀ ਹੈ ਕਿ ਤੁਹਾਡਾ ਜਵਾਈ ਉਸ ਅਸਥਾਨ ਤੇ ਆ ਕਰਕੇ ਬੈਠਾ ਹੋਇਆ ਹੈ। ਅਜਿੱਤਾ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਨੇ ਜਦੋਂ ਤੱਕਿਆ ਹੈ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਲਾਗੇ ਬੈਠੇ ਨੇ। ਤੇ ਜਦੋਂ ਮੂਲਾ ਪਾਸ ਆਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ, ਬਹੁਤੇ ਕਠੋਰ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਕਰ ਰਹੇ ਨੇ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਐਸੀ ਲੀਲਾ ਹੈ ਕਿ ਆਪਣੇ ਸਹੁਰਾ ਸਾਹਿਬ ਦੇ ਬਚਨ ਬੜੇ ਪਿਆਰ ਦੇ ਨਾਲ ਸੁਣ ਰਹੇ ਨੇ, ਕੁਝ ਵੀ ਉਹਨਾਂ ਦੇ ਅੱਗੇ ਬੋਲਣਾ ਨਹੀਂ ਕੀਤਾ। ਹੁਣ ਮੂਲਾ ਜਿਹੜਾ ਹੈ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਲਈ ਕੀਮਤੀ ਬਸਤਰ ਲੈ ਕਰਕੇ ਆਇਆ ਹੈ, ਕੀਮਤੀ ਭੋਜਨ ਤਿਆਰ ਕਰਵਾ ਕਰਕੇ ਲੈ ਕੇ ਆਇਆ ਹੈ ਤੇ ਕਹਿਣ ਲੱਗਾ ਹੈ ਕਿ ਆ ਭੋਜਨ ਤੂੰ ਖਾਣਾ ਕਰ, ਨਿਤ ਨਿਤ ਦੁੱਖ ਦੇਣ ਵਾਲਿਆ, ਤੇਰਿਆਂ ਦੁੱਖਾਂ ਦੇ ਕਾਰਨ ਸਾਡਾ ਇਹ ਹਾਲ ਹੋਇਆ ਹੈ। ਨਿਤ ਨਿਤ ਦੁੱਖ ਦੇਣ ਵਾਲਿਆ, ਆ ਜਿਹੜਾ ਭੋਜਨ ਹੈ ਆ ਛਕ ਨਾ ਕਰ। ਕੱਲ ਸਾਧ ਸੰਗਤ ਜੀ ਇੱਥੋਂ ਤੱਕ ਆਪਾਂ ਸਰਵਣ ਕੀਤਾ ਸੀ। ਅੱਗੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਹੁਰੇ ਉਹਨਾਂ ਦੇ ਕੀ ਬਚਨ ਬਲਾਸ ਹੁੰਦੇ ਨੇ, ਆਓ ਸੁਰਤੀਆਂ ਬਿਰਤੀਆਂ ਨੂੰ ਕਰੀਏ ਇਕਾਗਰ ਚਿਤ, ਰਸਨਾ ਨੂੰ ਕਰੀਏ ਪਵਿੱਤਰ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਝੁਕਾਈਏ ਸੀਸ। ਆਈਏ ਅਦਬ ਦੇ ਘਰ ਦੇ ਵਿੱਚ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਬੇਖ ਫਕੀਰੀ ਤਜਹੁ ਅਬ, ਪਹਿਰਹੁ ਬਸਨ ਜਿਚਾਰ। ਹਮਰੇ ਸੋਦਰ ਬੰਦ ਜੀ, ਤਿਨ ਮਹਿਨ ਕਰ ਖੁਆਰ। ਬੇਖ ਫਕੀਰੀ ਤਜਹੁ ਅਬ, ਪਹਿਰਹੁ ਬਸਨ ਜਿਚਾਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਮੂਲਾ ਚਾਉਣਾ ਜੀ ਆਪਸ ਦੇ ਵਿੱਚ ਆਮੋ ਸਾਹਮਣੇ ਨੇ ਤੇ ਬਚਨ ਕਰ ਰਹੇ ਨੇ। ਮੂਲਾ ਜੀ
ਕਹਿਣ ਲੱਗੇ ਨੇ ਕਿ ਆ ਜਿਹੜਾ ਤੂੰ ਫਕੀਰ ਦਾ ਭੇਸ ਧਾਰਨ ਕੀਤਾ ਹੋਇਆ ਏ, ਇਸ ਫਕੀਰੀ ਭੇਖ ਨੂੰ ਤਿਆਗ ਕਰ ਤੇ ਆ ਜਿਹੜੇ ਬਸਤਰ ਮੈਂ ਤੇਰੇ ਲਈ ਲਿਆਂਦੇ ਨੇ ਇਹ ਤਨ ਤੇ ਧਾਰਨੇ ਕਰ, ਜਿਹਦੇ ਨਾਲ ਤੇਰੀ ਸਰੀਰ ਦੀ ਸੁੰਦਰਤਾ ਹੋਰ ਵਧੇਗੀ, ਜਿਹਦੇ ਨਾਲ ਜਿਹੜਾ ਤੇਰਾ ਚਿਹਰਾ ਹੈ ਉਹ ਬਹੁਤ ਸੁੰਦਰ ਲੱਗੇਗਾ। ਹਮਰੇ ਸੋਦਰ ਬੰਦ ਜੇ ਤਿਨ ਮਹਿ ਨਹਿ ਕਰ ਖੁਆਰ। ਤੇ ਜਿਹੜੇ ਸਾਡੇ ਭਰਾ ਨੇ ਜਾਂ ਜਿਹੜੇ ਜਿੰਨੇ ਵੀ ਸਾਡੇ ਸਕੇ ਸੰਬੰਧੀ ਨੇ ਉਹਨਾਂ ਨੂੰ ਤੂੰ ਖੁਆਰ ਨਾ ਕਰਨਾ ਕਰ, ਭਾਵ ਕਿ ਉਹਨਾਂ ਨੂੰ ਦੁਖੀ ਨਾ ਕਰਨਾ ਕਰ। ਜਦੋਂ ਇਹ ਤੇਰਾ ਭੇਸ ਦੇਖਣਗੇ ਤਾਂ ਉਹ ਮਨ ਦੇ ਵਿੱਚ ਬਹੁਤ ਜ਼ਿਆਦਾ ਸੋਚਣਗੇ। ਚੌਪਈ ਪਹਿਰਹਿ ਚੀਰ ਨ ਭੋਜਨ ਖਾਹੀ, ਸ੍ਰੀ ਪ੍ਰਭ ਮੁਖ ਤੇ ਬੋਲਤ ਨਾਹੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਕਰ ਰਹੇ ਨੇ ਕਿ ਜਿਹੜੇ ਬਸਤਰ ਉਹਨਾਂ ਦੇ ਸਹੁਰਾ ਸਾਹਿਬ ਨੇ ਲਿਆ ਕਰਕੇ ਰੱਖੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਨਾ ਤਾਂ ਉਹਨਾਂ ਨੂੰ ਪਹਿਨ ਰਹੇ ਨੇ ਤੇ ਨਾ ਤਾਂ ਮੁਖ ਤੋਂ ਕੋਈ ਬਚਨ ਬੋਲ ਰਹੇ ਨੇ, ਚੁੱਪ ਕਰਕੇ ਉਸ ਸਥਾਨ ਤੇ ਬੈਠੇ ਹੋਏ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਹੁਰਾ ਸਾਹਿਬ ਖੜੇ ਹੋਏ ਹਨ। ਸ੍ਰੀ ਚੰਦ ਤਬ ਲਖਮੀ ਦਾਸਾ, ਬੰਦਨ ਕੀਨ ਆਨ ਪਿਤ ਪਾਸਾ। ਤੇ ਤਦੋਂ ਸ੍ਰੀ ਚੰਦ ਤੇ ਲਖਮੀ ਦਾਸ ਜੀ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦੋ ਸਪੁੱਤਰ ਨੇ, ਉਹਨਾਂ ਨੇ ਆ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਬੇਨਤੀ ਕੀਤੀ ਹੈ। ਬੜੀ ਨਿਮਰਤਾ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਸੀਸ ਝੁਕਾਇਆ ਹੈ। ਬੈਠਿਓ ਪਹਿਰ ਬਤੀਤਿਓ ਜਬ ਹੀ, ਪਹਿਰਿਓ ਖਾਓ ਨਹਿ ਕਿਛ ਤਬ ਹੀ। ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਅਜਿੱਤੇ ਰੰਧਾਵੇ ਦੇ ਖੂਹ ਉੱਪਰ ਬੈਠਿਆਂ ਇੱਕ ਪੈਰ ਦਾ ਸਮਾਂ ਬੀਤਿਆ ਏ ਤੇ ਸਾਧ ਸੰਗਤ ਜੀ ਇੱਕ ਪੈਰ ਦਾ ਸਮਾਂ ਬੀਤ ਜਾਣ ਮਗਰੋਂ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਨਾ ਤਾਂ ਭੋਜਨ ਪਾਣ ਕੀਤਾ ਏ, ਨਾ ਤਾਂ ਜਲ ਜਿਹੜਾ ਹੈ ਉਹ ਛਕਣਾ ਕੀਤਾ। ਬਾਸਨਾ ਬਸਾਵਹਿ ਰਿਸਿਓ ਬਸਾਲਾ, ਉਠ ਆਇਓ ਮੂਲਾ ਤੇ ਕਾਲਾ। ਜਦੋਂ ਇਸ ਗੱਲ ਦਾ ਪਤਾ ਮੂਲੇ ਨੂੰ ਲੱਗਾ ਏ ਤੇ ਸਾਧ ਸੰਗਤ ਜੀ ਬੜਾ ਕ੍ਰੋਧਵਾਨ ਹੋਇਆ ਏ। ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਕ੍ਰੋਧ ਮੂਲਾ ਜੀ ਦੇ ਆਇਆ ਏ। ਕ੍ਰੋਧ ਵਿੱਚ ਉੱਠ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੋਲ ਆ ਗਿਆ ਹੈ। ਸ੍ਰੀ ਪ੍ਰਭ ਰਹੇ ਬਿਰਾਜਤ ਤਾਹੀ, ਜਿਨ ਕੀ ਦੇਖਤ ਦੋਖ ਨ ਸਾਈ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਚਾਲ ਦੇ ਵਿੱਚ ਉਸੇ ਤਰ੍ਹਾਂ ਬੈਠ ਕੇ ਉਸ ਪ੍ਰਭੂ ਦੀ ਬੰਦਗੀ ਕਰ ਰਹੇ ਨੇ, ਉਸ ਕਰਤਾਰ ਦੇ ਗੁਣ ਗਾ ਰਹੇ ਨੇ। ਤੇ ਕਵੀ ਜੀ ਲਿਖਦੇ ਨੇ ਕਿ ਚਿਹਰਾ ਇਸ ਤਰ੍ਹਾਂ ਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ, ਜਿਹਨੂੰ ਦੇਖਦਿਆਂ ਸਾਰੇ ਜਿਹੜੇ ਦੁੱਖ ਨੇ ਉਹਨਾਂ ਦਾ ਨਾਸ਼ ਹੋ ਜਾਂਦਾ ਹੈ। ਜੇ ਮਹਿਮਾ ਜਾਣਹਿ ਗੁਰ ਕੇਰੀ, ਸੇ ਆਵਹਿ ਤੇ ਦਰਸ਼ਨ ਹੇਰੀ। ਜਿਹੜੇ ਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਮਹਿਮਾ ਨੂੰ ਜਾਣਦੇ ਨੇ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਰਨੀ ਦਾ ਪਤਾ ਏ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਿਰਪਾ ਦਾ ਪਤਾ ਏ, ਕਵੀ ਜੀ ਲਿਖਦੇ ਨੇ ਉਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਆ ਕਰਕੇ ਦਰਸ਼ਨਾਂ ਦੀ ਜਿਹੜੀ ਮੰਗ ਉਹਦੇ ਲਈ ਤਰਸਦੇ ਹਨ। ਬੰਧਨ ਕਰਹਿ ਜਨਮ ਫਲ ਪਾਵਹਿ, ਰਹੈ ਨਿਕਟ ਪੁਨ ਸਤਨ ਸਦਾਵਹਿ। ਤੇ ਜਿਹੜੇ ਲੋਕ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਾਰ ਦਾ ਪਤਾ ਸੀ,
ਉਹ ਸਾਰੇ ਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਆ ਕਰਕੇ ਬੈਠਦੇ ਨੇ ਤੇ ਸਾਧ ਸੰਗਤ ਜੀ ਪਾਸ ਆ ਕਰਕੇ ਬੈਠ ਕਰਕੇ ਬੰਦਨਾ ਕਰਦੇ ਨੇ ਤੇ ਜਿਹੜੀਆਂ ਮਨ ਭਾਉਂਦੀਆਂ ਮਨ ਦੀਆਂ ਇਛਾਵਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਉਹਨਾਂ ਨੂੰ ਸੰਪੂਰਨ ਕਰਦੇ ਹਨ। ਕੋ ਆਵੈ ਕੋ ਤਰਹਿ ਪਿਆਨਾ ਪੀਰ ਪੂਰ ਹੋਈ ਤੇ ਥਾਨਾ। ਐਸਾ ਸਮਾਂ ਬਣਿਆ ਹੈ ਕਿ ਕੁਝ ਕੁ ਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨਾਂ ਲਈ ਆ ਰਹੇ ਨੇ ਤੇ ਕੁਝ ਕੁ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਉਸ ਸਥਾਨ ਤੋਂ ਵਾਪਸ ਚੱਲ ਰਹੇ ਹਨ। ਲੈ ਉਪਦੇਸ਼ ਸਿੱਖ ਕੋ ਹੋਵਹਿ ਸਿਮਰਹਿ ਨਾਮ ਸਕਲ ਅਗ ਖੋਵਹਿ। ਕਈਆਂ ਤੇ ਐਸੀ ਕਿਰਪਾ ਹੋਈ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਪਦੇਸ਼ ਸੁਣਦਿਆਂ ਸਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿੱਖ ਬੜੇ ਨੇ ਤੇ ਜਦੋਂ ਪ੍ਰਮਾਤਮਾ ਦੇ ਸਿਮਰਨ ਨੂੰ ਮਨ ਦੇ ਵਿੱਚ ਵਸਾ ਕਰਕੇ ਚਿਤਾਰਨ ਲੱਗੇ ਨੇ ਤੇ ਕੀ ਹੋਇਆ ਕਿ ਸਾਧ ਸੰਗਤ ਸਾਰੇ ਉਹਨਾਂ ਲੋਕਾਂ ਦੇ ਦੁੱਖ ਜਿਹੜੇ ਨੇ ਉਹ ਦੂਰ ਹੋ ਰਹੇ ਹਨ। ਏਕ ਤੇ ਦੂਸਰ ਮਹਿਮਾ ਸੁਨ ਕੈ ਆਏ ਪਰਹੇ ਚਰਨਨ ਗੁਣ ਗੁਣ ਕੈ। ਤੇ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਦੋਂ ਮਹਿਮਾ ਸੁਣ ਰਹੇ ਨੇ ਮਹਿਮਾ ਸੁਣ ਕਰਕੇ ਜਦੋਂ ਆ ਰਹੇ ਨੇ ਤੇ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾ ਰਹੇ ਹਨ। ਕੇਤਕ ਕਾਮਨਾ ਧਰ ਕਰ ਸੇਵਹਿ ਜੋ ਇੱਛਾ ਬਿਨ ਸੰਸੈ ਲੇਵਹਿ। ਕਈ ਤਾਂ ਮਨੋ ਕਾਮਨਾ ਲੈ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੇਵਾ ਕਰ ਰਹੇ ਨੇ ਤੇ ਸੇਵਾ ਕਰਦਿਆਂ ਸਾਰ ਸਾਧ ਸੰਗਤ ਦੀ ਜਿਹੜੀਆਂ ਮਨ ਦੀਆਂ ਇਛਾਵਾਂ ਨੇ ਉਹਨਾਂ ਦੀ ਪੂਰਤੀ ਹੋ ਰਹੀ ਹੈ। ਨਿਰਮਲ ਮਨ ਕਰਨੇ ਕੇ ਹੇਤਾ ਰਹਿ ਕਿਤਕ ਢਿਗ ਪ੍ਰੀਤ ਸਮੇਤਾ। ਬਹੁਤੇ ਲੋਕ ਆਪਣੇ ਮਨ ਨੂੰ ਨਿਰਮਲ ਕਰਨ ਲਈ ਭਾਵ ਕਿ ਜਿਹੜੇ ਮਨ ਦੇ ਵਿੱਚ ਵਿਕਾਰ ਨੇ ਜਿਹੜੇ ਪੰਜ ਦੂਤ ਇਸ ਮਨ ਦੇ ਵਿੱਚ ਰਹਿੰਦੇ ਨੇ ਜਾਂ ਇਸ ਸਰੀਰ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਨਾਸ਼ ਕਰਨ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸ਼ਰਨ ਦੇ ਵਿੱਚ ਰਹਿ ਕਰਕੇ ਦਿਨ ਰਾਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੇਵਾ ਕਰ ਰਹੇ ਹਨ। ਸਤ ਸੰਗਤ ਹੋਵਣ ਬਹੁ ਲਾਗੀ ਕਰਹਿ ਕੀਰਤਨ ਸਰਦਾ ਜਾਗੀ। ਬਹੁਤ ਸਮਾਂ ਬੀਤਿਆ ਹੈ। ਬਹੁਤ ਸਮੇਂ ਤੋਂ ਬਾਅਦ ਸਾਧ ਸੰਗਤ ਜੀ ਅਚਲ ਵਟਾਲੇ ਦੇ ਅਸਥਾਨ ਤੇ ਸਤ ਸੰਗਤ ਹੋਣ ਲੱਗੀ ਹੈ ਜਿਹਦੇ ਨਾਲ ਲੋਕਾਂ ਦੇ ਵਿੱਚ ਉਸ ਪਰਮਾਤਮਾ ਦੀ ਕੀਰਤੀ ਗਾਉਣ ਲਈ ਸ਼ਰਧਾ ਜਾਗਣ ਲੱਗੀ ਹੈ। ਦਰਸ਼ਨ ਕੇਰ ਪ੍ਰਤਾਪ ਵਿਸਾਲਾ ਕਿਉ ਨ ਚਲਹਿ ਨੀਕੀ ਨਰ ਚਾਲਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨਾਂ ਦੀ ਵਡਿਆਈ ਇੰਨੀ ਸੀ ਕਿ ਬਹੁਤੇ ਲੋਕਾਂ ਨੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਉਣ ਦੀ ਗੱਲ ਸੁਣੀ ਹੈ ਤਾਂ ਬਹੁਤੇ ਸਾਧ ਸੰਗਤ ਆਪਣੀ ਬੰਦ ਖਲਾਸੀ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਗਏ ਨੇ ਤੇ ਜਾ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਭੇਟਾ ਕੀਤਾ ਹੈ। ਦੋਹਰਾ ਉਤੋ ਨਗਰ ਕਉ ਚੌਧਰੀ ਨਾਮ ਅਜਿੱਤਾ ਜਾਹੇ। ਹੁਣ ਜਿਹੜੇ ਨਗਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਹੋਏ ਨੇ ਉਸ ਨਗਰ ਦਾ ਸਾਧ ਸੰਗਤ ਜੀ ਚੌਧਰੀ ਅਜਿੱਤਾ ਰੰਧਾਵਾ ਸੀ ਜਿਨੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਤੀ ਬਹੁਤ ਭਾਵਨਾ ਮਨ ਦੇ ਵਿੱਚ ਧਾਰੀ ਹੈ। ਮਹਿਮਾ ਪ੍ਰਭ ਅਵਲੋਕ ਕੈ ਸਮਝਿਓ ਨਿਜ ਮਨ ਮਾਹੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਮਹਿਮਾ ਨੂੰ ਜਦੋਂ ਤੱਕਿਆ ਹੈ
ਤੇ ਮਨ ਦੇ ਵਿੱਚ ਸਾਧ ਸੰਗੀ ਬਹੁਤ ਸ਼ਰਧਾ ਧਾਰਨ ਕੀਤੀ ਹੈ ਤੇ ਹੁਣ ਮਨ ਦੇ ਵਿੱਚ ਵਿਚਾਰ ਆ ਰਹੇ ਹਨ। ਚੌਪਈ ਜਹ ਸੋਹਤ ਬੇਦੀ ਕੁਲ ਦੀਪਾ ਗਮਣਿਓ ਤਿਨ ਕੇ ਤਬ ਸਮੀਪਾ। ਹੁਣ ਅਜਿੱਤੇ ਦਾ ਮਨ ਕੀਤਾ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਹੋਏ ਨੇ। ਅਜਿੱਤੇ ਦਾ ਮਨ ਸਾਧ ਸੰਗਤ ਜੀ ਐਸਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਉਸ ਸਥਾਨ ਤੇ ਮਿਲਣ ਲਈ ਗਿਆ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਉਹਨਾਂ ਦੇ ਸਮੇਤ ਦੋ ਸਾਥੀ ਬੈਠੇ ਹੋਏ ਨੇ। ਵਾਹਿ ਕਰ ਦੀਨ ਪ੍ਰੇਮ ਔਰ ਭਰ ਕੈ ਰਹਿਓ ਚਰਨ ਕਵਲਣ ਸਿਰ ਧਰ ਕੈ। ਤੇ ਨਿਮਾਣਾ ਜਿਹਾ ਬਣ ਕਰਕੇ ਉਸ ਅਜਿੱਤੇ ਰੰਧਾਵੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਸਾਧ ਸੰਗਤ ਜੀ ਬੇਨਤੀ ਕੀਤੀ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਸੀਸ ਜਿਹੜਾ ਉਹ ਰੱਖਣਾ ਕੀਤਾ। ਬਾਹਰਣਾ ਉਪਰ ਸੀਸ ਉਠਾਵਾ ਸ੍ਰੀ ਨਾਨਕ ਜੀ ਕਛ ਨ ਅਲਾਵਾ। ਐਸਾ ਸੀਸ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਤੇ ਉਸ ਅਜਿੱਤੇ ਨੇ ਰੱਖਿਆ ਹੈ। ਐਸੀ ਭਾਵਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਤੀ ਮਨ ਦੇ ਵਿੱਚ ਧਾਰੀ ਹੈ ਕਿ ਸਾਧ ਸੰਗਤ ਜੀ ਬਾਅਦ ਉਹ ਜਿਹੜਾ ਸੀਸ ਹੈ ਅਜਿੱਤੇ ਰੰਧਾਵੇ ਨੇ ਐਸੀ ਭਾਵਨਾ ਬਣਾਈ ਹੈ ਕਿ ਆਪਣਾ ਜਿਹੜਾ ਮਨ ਹੈ ਉਹ ਹਮੇਸ਼ਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਟਿਕਾਇਆ ਹੈ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਦੀ ਇਸ ਭਾਵਨਾ ਨੂੰ ਦੇਖ ਰਹੇ ਨੇ ਪਰ ਮੁਖ ਤੋਂ ਕੁਝ ਵੀ ਬੋਲ ਨਹੀਂ ਰਹੇ। बैठ रहे तूषण को तारी जो निज सेवक मुख उदारी। गुरु नानक देव जी महाराज कुछ कु समा चुप करके बैठे रहे ने ते अजिते दे मन दे विच विचार आ रहा है कि गुरु नानक देव जी महाराज कुछ भी बोल क्यों नहीं रहे। ਇਹ ਤਾਂ ਮੁਕਤੀ ਦਾਤੇ ਨੇ, ਸਾਰਿਆਂ ਨੂੰ ਮੁਕਤੀ ਦਿਵਾਉਣ ਵਾਲੇ ਨੇ, ਸੁੱਖਾਂ ਦੇ ਦਾਤੇ, ਸਾਰਿਆਂ ਨੂੰ ਸੁੱਖ ਪ੍ਰਦਾਨ ਕਰਵਾਉਣ ਵਾਲੇ ਨੇ। ਅਜਿਹਾ ਜਿਹੜਾ ਜਗਤ ਦਾ ਮਾਲਕ ਹੈ ਉਹ ਕੁਝ ਬੋਲ ਕਿਉਂ ਨਹੀਂ ਰਿਹਾ। ਨਹੀਂ ਅਜਿੱਤੇ ਸੀਸ ਉਚਾਇਓ ਇਸ ਪ੍ਰਕਾਰ ਇੱਕ ਜਾਮ ਬਿਤਾਇਓ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਰੱਖਿਆ ਹੈ ਅਜਿੱਤੇ ਨੇ ਤੇ ਪੂਰਾ ਦਿਨ ਦਾ ਇੱਕ ਪਹਿਰ ਬੀਤਿਆ ਹੈ। ਪਰ ਸਾਧ ਸੰਗਤ ਜੀ ਉਸ ਅਜਿੱਤੇ ਦੇ ਮਨ ਦੀ ਇੰਨੀ ਭਾਵਨਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਤੋਂ ਸੀਸ ਨਹੀਂ ਚੁੱਕ ਰਿਹਾ। ਕਿਰਪਾ ਦਿਸ਼ਟ ਕੋ ਦੁਖ ਗੁਸਾਈ मृदुल मधुर मुख गिरा आलाई। जगत दे मालक धन गुरु नानक देव जी महाराज जदों साध संगत जी उस अजिते दी मन दी भावना नूं तकिया है, जदों उस अजिते दी जिहड़ी निमानता है उन्होंने गुरु नानक देव जी महाराज जी ने तकिया है ते अपने मुख तो साध संगी बचन गुरु नानक देव जी महाराज जी ने कीते हन। अब उठिए कर तार प्यारे अपन मनोरथ कर उचारे। ते गुरु नानक देव जी महाराज कहन लगे ने कि प्यारिया कितना समा तेनू होया है, ਹੁਣ ਜਿਹੜਾ ਤੇਰੇ ਮਨ ਦੇ ਵਿੱਚ ਮਨੋਰਥ ਹੈ ਆਪਣਾ ਸੀਸ ਤਾਂ ਚੁੱਕ, ਆਪਣੇ ਮੁਖ ਤੋਂ ਉਹ ਜਿਹੜਾ ਮਨੋਰਥ ਉਹ ਬੋਲਣਾ ਕਰ। ਨਿਜ ਹਾਥਨ ਸੋ ਤਬ ਜਗਨਾਥਾ ਬੈਠਾਰਿਓ ਉਠਾਏ ਤੇ ਮਾਥਾ। ਤਦ ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਨਿਰਮਲ ਹੱਥਾਂ ਦੇ ਨਾਲ ਉਸ ਅਜਿੱਤੇ ਦਾ ਸਾਧ ਸੰਗ ਦੀ ਸੀਸ ਆਪਣੇ
ਚਰਨਾਂ ਤੋਂ ਚੁੱਕਿਆ ਏ ਤੇ ਬਹੁਤ ਸਤਿਕਾਰ ਅਜਿੱਤੇ ਦਾ ਮਨ ਦੇ ਵਿੱਚ ਕਰ ਰਹੇ ਹਨ। ਹਾਥ ਜੋੜ ਕੇ ਬਿਨਤੀ ਭਾਖੀ, ਰਾਵਰ ਹੋ ਸਭ ਘਟ ਕੇ ਸਾਖੀ। ਅਜਿੱਤੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ, ਕਹਿਣ ਲੱਗਾ ਕਿ ਗੁਰੂ ਜੀ ਮੇਰੀ ਕੀ ਬੁੱਧੀ ਹੈ ਕਿ ਮੈਂ ਤੁਹਾਡੇ ਸਾਹਮਣੇ ਬਚਨ ਬੋਲ ਸਕਾਂ, ਮੈਂ ਤੁਹਾਡੇ ਸਾਹਮਣੇ ਆਪਣੇ ਮਨੋਰਥ ਨੂੰ ਰੱਖ ਸਕਾਂ। ਤੁਸੀਂ ਤਾਂ ਘਟ ਘਟ ਕੇ ਜਾਣਨਹਾਰ ਹੋ, ਸਾਰਿਆਂ ਦੇ ਦਿਲਾਂ ਦੀ ਬੁੱਝਣ ਵਾਲੇ ਹੋ। ਮੈਂ ਤੁਹਾਡੇ ਅੱਗੇ ਆਪਣੀ ਤੁਛ ਬੁੱਧੀ ਦੇ ਅਨੁਸਾਰ ਕੀ ਬੋਲ ਸਕਦਾ ਹਾਂ। ਜੋ ਨਹਿ ਜਾਣੈ ਤਾਏ ਅਗਾਰੀ, ਕਰੈ ਆਪਣੀ ਬ੍ਰਿਥਾ ਉਚਾਰੀ। ਤੇ ਜੇ ਕੋਈ ਕਿਸੇ ਦੀ ਵੇਦਨ ਨਾ ਜਾਣਦਾ ਹੋਵੇ, ਜੇਕਰ ਕਿਸੇ ਨੂੰ ਕਿਸੇ ਦੇ ਮਨ ਦੀ ਨਾ ਪਤਾ ਹੋਵੇ, ਤਾਂ ਉਹ ਮਨੁੱਖ ਆਪਣੀ ਜਿਹੜੀ ਵੇਦਨ ਹੈ ਉਹ ਉਸ ਮਨੁੱਖ ਦੇ ਗਾੜੀ ਬੋਲਦਾ ਚੰਗਾ ਵੀ ਲੱਗਦਾ ਹੈ। ਪਰ ਜਿਹੜੇ ਅੰਤਰਜਾਮੀ ਨੇ, ਮਨ ਦੀਆਂ ਬੁੱਝਣਹਾਰ ਨੇ, ਜੇਕਰ ਉਹਨਾਂ ਦੇ ਮਨਾਂ ਗਾੜੀ ਵੀ ਆਪਣੀ ਜਿਹੜੀ ਵੇਦਨ ਉਹ ਰੱਖਣਾ ਕਰੀਏ, ਇਹ ਤਾਂ ਫਿਰ ਮੂਰਖਤਾ ਵਾਲੀ ਗੱਲ ਹੈ। ਸਰਬਗਨ ਢਿਗ ਤੂਸ਼ਨ ਨੀਕੀ, ਕਰਹਿ ਭਲੇਰੀ ਭਾਵਤ ਜੀ ਕੀ। ਤੇ ਅਜਿੱਤਾ ਕਹਿਣ ਲੱਗਾ ਹੈ ਕਿ ਗੁਰੂ ਜੀ ਜਿਹੜੇ ਅੰਤਰਜਾਮੀ ਨੇ ਨਾ, ਜਿਹੜੇ ਮਨ ਦੀਆਂ ਬੁੱਝਣਹਾਰ ਨੇ, ਉਹਨਾਂ ਦੇ ਗਾੜੀ ਤਾਂ ਚੁੱਪ ਰਹਿਣਾ ਹੀ ਚੰਗਾ ਏ। ਤੇ ਜਿਹੜੀ ਉਹਨਾਂ ਦੇ ਮਨ ਦੀ ਇੱਛਾ ਹੁੰਦੀ ਹੈ, ਜਿਹੜੀ ਵੀ ਉਹ ਮਨ ਦੇ ਵਿੱਚ ਇੱਛਾ ਧਾਰ ਕੇ ਬਚਨ ਕਰਦੇ ਨੇ, ਉਹਨੂੰ ਸੱਤ ਕਰਕੇ ਝੋਲੀ ਦੇ ਵਿੱਚ ਪਵਾਉਣਾ ਚਾਹੀਦਾ ਹੈ। ਸੁਨਤ ਪ੍ਰਸੀਦੇ ਹਿਰਦੈ ਗੁਸਾਈ, ਕਰਨ ਕਰਤਾਰਥ ਗਿਰਾ ਅਲਾਈ। ਹੁਣ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਇਸ ਅਜਿੱਤੇ ਦੇ ਭਾਵਨਾ ਭਰੇ ਸ਼ਬਦ ਸੁਣੇ ਨੇ, ਕੰਨਾਂ ਦੇ ਨਾਲ ਜਦੋਂ ਸਰਵਣ ਕੀਤੇ ਨੇ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਬਹੁਤ ਪ੍ਰਸੰਨ ਹੋਏ ਨੇ। ਤੇ ਸਾਧ ਸੰਗਤ ਜੀ ਬਚਨ ਕੀਤੇ ਨੇ, ਬੰਦਨ ਕਰ ਕਰ ਤਾਰ ਅਗਾਰੀ, ਪੂਜੈ ਮਨ ਕਾਮਨਾ ਤੁਮਾਰੀ। ਤੇ ਕਹਿਣ ਲੱਗੇ ਨੇ ਅਜਿੱਤਿਆ ਦੋਵੇਂ ਹੱਥ ਜੋੜ ਤੇ ਉਸ ਕਰਤਾਰ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਨੀ ਕਰ। ਜਦੋਂ ਭਾਵਨਾ ਦੇ ਨਾਲ ਅਰਦਾਸ ਕਰੇਗਾ, ਜਦੋਂ ਭਾਵਨਾ ਦੇ ਨਾਲ ਉਸ ਗੁਰੂ ਦੇ ਚਰਨਾਂ ਅੱਗੇ ਨਿਮਾਣਾ ਹੋ ਕੇ ਦੋਨੋਂ ਹੱਥ ਜੋੜ ਕਰਕੇ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਆਪਣੇ ਇਸ਼ਟ ਦੇ ਅੱਗੇ ਰੱਖੇਗਾ, ਤਾਂ ਉਹ ਤੇਰੇ ਮਨ ਦੀਆਂ ਭਾਵਨਾਵਾਂ, ਭਾਵ ਕਿ ਜਿਹੜੀਆਂ ਤੇਰੀਆਂ ਕਾਮਨਾਵਾਂ ਨੇ, ਉਹ ਸਾਰੀਆਂ ਸੰਪੂਰਨ ਕਰਨਗੇ। ਸੁਨ ਕੈ ਬਹੁਰ ਚਰਨ ਲਪਟਾਇਓ, ਤਤ ਸ਼ੀਨ ਗਿਆਨ ਹਿਰਦੈ ਹੋਇ ਆਇਓ। ਜਦੋਂ ਇਹ ਬਚਨ ਅਜਿੱਤੇ ਨੇ ਸੁਨੇ ਨੇ, ਐਸੀ ਕਿਰਪਾ ਹੋਈ ਹੈ ਕਿ ਤਤ ਛਿਨ, ਭਾਵ ਕਿ ਅੱਖ ਦੇ ਝਮਕਣ ਜਿੰਨੇ ਸਮੇਂ ਦੇ ਵਿੱਚ ਉਸ ਅਜਿੱਤੇ ਨੂੰ ਗਿਆਨ ਦੀ ਜਿਹੜੀ ਸਾਧ ਸੰਗਤ ਦੀ ਦ੍ਰਿਸ਼ਟੀ ਉਹ ਹੋ ਗਈ ਹੈ। ਸਨਕ ਵਿਸ਼ਾਲ ਪਈ ਸਭ ਭਾਂਤੀ, ਪਾਈ ਏਕ ਬਾਰ ਜਨ ਥਾਤੀ। ਤੇ ਅਜਿੱਤਾ ਕਹਿਣ ਲੱਗਾ ਏ ਕਿ ਗੁਰੂ ਜੀ ਤੁਹਾਡੇ ਬਚਨ ਸੁਣਦਿਆਂ ਸਾਰ ਮੇਰੀ ਭਾਵਨਾ ਐਸੀ ਬਣੀ ਹੈ ਕਿ ਜਿਵੇਂ ਇੱਕ ਮੂਏ ਦੇ ਵਿੱਚ ਜੀਵਨ ਆਇਆ ਹੋਵੇ, ਜਿਵੇਂ ਇੱਕ ਰੋਗੀ ਵਿਅਕਤੀ ਦੇ ਸਰੀਰ ਦੇ ਵਿੱਚ ਕੋਈ ਸ਼ਕਤੀ ਆ ਗਈ ਹੋਵੇ, ਜਿਵੇਂ ਮੰਨ ਲਓ ਕਿ ਸੰਸਾਰ ਦੇ ਸਾਰੇ ਜਿਹੜੇ ਪਦਾਰਥ ਨੇ ਉਹ ਕਿਸੇ ਗਰੀਬ ਅਨਾਥ ਦੀ ਝੋਲੀ ਦੇ ਵਿੱਚ ਪੈ ਗਏ ਹੋਣ। ਸੇਵਾ ਕਰਨ ਲੱਗਿਓ ਜੁਤ ਪ੍ਰੀਤੀ, ਬੇਮੁਖਤਾ ਸਗਰੀ ਔਰ ਬੀਤੀ। ਬੜੇ ਪਿਆਰ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੇਵਾ ਕਰਨ ਲੱਗਾ ਅਜਿੱਤਾ।
ਤੇ ਜਿੰਨੀਆਂ ਵੀ ਸਾਧ ਸੰਗਤ ਦੀ ਮਨ ਦੇ ਵਿੱਚ ਕਾਮਨਾਵਾਂ ਸਨ, ਜਿੰਨੀਆਂ ਵੀ ਮਨ ਦੇ ਵਿੱਚ ਇੱਛਾਵਾਂ ਸਨ, ਹੁਣ ਉਹ ਸਾਰੀਆਂ ਅੱਜ ਤੇਰੀਆਂ ਪੂਰੀਆਂ ਹੋ ਗਈਆਂ ਨੇ। ਕਿਤਕ ਦਿਵਸ ਇਸ ਭਾਂਤ ਬਿਤਾਏ, ਸਿੱਖੀ ਮਗ ਮੈਂ ਬਹੁ ਨਰ ਆਏ। ਬਹੁਤਾ ਸਮਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਇਸ ਅਸਥਾਨ ਤੇ ਸਾਧ ਸੰਗਤ ਜੀ ਬਿਤਾਇਆ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਜਿਨ੍ਹਾਂ ਨੇ ਵੀ ਸੁਣੇ ਨੇ, ਜਿਨ੍ਹਾਂ ਨੇ ਵੀ ਆਪਣੇ ਮਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਿੱਖਿਆ ਨੂੰ ਧਾਰਨ ਕੀਤਾ ਏ, ਉਹ ਸਾਰੇ ਸਿੱਖੀ ਦੇ ਰਸਤੇ ਨੂੰ ਅਪਣਾ ਰਹੇ ਹਨ। ਇੱਕ ਦਿਨ ਸਾਸ ਸਸੁਰ ਗੁਰ ਕੇਰੇ, ਆਈ ਨਿਕਟ ਕ੍ਰੋਧ ਕੇ ਪ੍ਰੇਰੇ। ਹੁਣ ਕੀ ਹੋਇਆ ਹੈ ਕਿ ਅਜਿੱਤੇ ਰੰਧਾਵੇ ਨੂੰ ਉਪਦੇਸ਼ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੀਤਾ ਹੈ, ਪਰ ਕੁਝ ਕੁ ਸਮਾਂ ਬੀਤਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਿਹੜੀ ਸੱਸ ਹੈ ਚੰਦੋ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਸਹੁਰਾ ਹੈ ਮੂਲਾ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਆਏ ਨੇ। ਬੜੇ ਕ੍ਰੋਧ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਬਚਨ ਕਰ ਰਹੇ ਹਨ। ਸੰਗ ਸੁਲਖਣੀ ਚਲ ਕਰ ਆਈ, ਪਾਸ ਬੈਠ ਕਰ ਸਾਸ ਅਲਾਈ। ਤੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੱਸ ਤੇ ਸਹੁਰਾ ਜੀ ਚੱਲ ਕੇ ਆਏ ਸਨ, ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਿਹੜੀ ਧਰਮ ਸੁਪਤਨੀ ਮਾਤਾ ਸੁਲੱਖਣੀ ਜੀ, ਉਹ ਵੀ ਚੱਲ ਕਰਕੇ ਆਏ ਨੇ। ਤੇ ਸੁਲੱਖਣੀ ਨੂੰ ਆਪਣੇ ਸਾਧ ਸੰਗਤ ਜੀ ਕੋਲ ਬਿਠਾਇਆ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੱਸ ਬਚਨ ਕਰ ਰਹੀ ਹੈ। ਸੁਨ ਤੋ ਵੇ ਤੂੰ ਰਹਿਓ ਕੁਰਾਹੀ, ਸਦਾ ਹਮਾਰੀ ਛਾਤੀ ਦਾਈ। ਤੇ ਕਹਿਣ ਲੱਗੀ ਹੈ ਕਿ ਵੇ ਤੂੰ ਤਾਂ ਸਾਰੀ ਉਮਰ ਕੁਰਾਹੇ ਹੀ ਚੱਲਦਾ ਰਿਹਾ ਹੈ, ਸਾਰੀ ਉਮਰ ਤੂੰ ਆਪਣੀ ਵਾਰ ਬਿਤਾਈ ਹੈ, ਸਾਡੀ ਜਿਹੜੀ ਪੁੱਤਰੀ ਉਹਦੀ ਤੂੰ ਸਾਰਤਾ ਲੈਣੀ ਨਹੀਂ ਕੀਤੀ, ਜਿਹਦੇ ਨਾਲ ਜਿਹੜੀ ਸਾਡੀ ਛਾਤੀ ਭਾਵ ਜਿਹੜਾ ਸਾਡਾ ਹਿਰਦਾ ਏ ਉਹ ਹਮੇਸ਼ਾ ਸਾਡੀ ਪੁੱਤਰੀ ਦੇ ਵੈਰਾਗ ਦੇ ਵਿੱਚ ਸੜਿਆ ਰਹਿੰਦਾ ਸੀ। ਪੁੱਤਰਣ ਬਨਤਾ ਤਜ ਪਰਵਾਰਾ, ਫਿਰ ਉਪਦੇਸ਼ਨ ਦਵਾਰਨ ਦਵਾਰਾ। ਤੇ ਜਿਹੜੀ ਇੱਕ ਤੇਰੀ ਪਤਨੀ ਸੀ, ਦੋ ਤੇਰੇ ਪੁੱਤਰ ਸਨ, ਬਿਨਾਂ ਕਿਸੇ ਫਿਕਰ ਤੋਂ ਉਹਨਾਂ ਨੂੰ ਘਰ ਦੇ ਵਿੱਚ ਛੱਡ ਕਰਕੇ ਤੇ ਐਵੇਂ ਦੇਸ਼ ਪਰਦੇਸ਼ਾਂ ਦੇ ਵਿੱਚ ਫਿਰ ਰਿਹਾ ਸੀ। ਕੋ ਕਾਰਜ ਤੈ ਹਾਸਲ ਕੀਨਾ, ਆਪਨੋ ਦਰਬ ਲੁਟਾਏ ਸੁਦੀਨਾ। ਤੇ ਜੰਨਤ ਸਮਾਂ ਬੀਤਿਆ ਹੈ, ਕਿਤਨਾ ਸਮਾਂ ਹੋਇਆ ਤੇਰੇ ਆਨੰਦ ਹੋਏ ਨੂੰ। ਕਦੀ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕੰਮ ਕੀਤਾ ਹੈ? ਕੀਤਾ ਕੀ ਹੈ ਕਿ ਜਿੰਨੀ ਵੀ ਤੇਰੀ ਧਨ ਦੌਲਤ ਸੀ, ਜਿੰਨਾ ਵੀ ਤੇਰੇ ਕੋਲ ਪਟਵਾਰਖਾਨਾ ਸੀ, ਉਹ ਤਾਂ ਸਾਰਾ ਤੂੰ ਗਰੀਬਾਂ ਦੇ ਵਿੱਚ ਲੁਟਾ ਦਿੱਤਾ ਹੈ। ਜਗ ਕੀ ਲਾਜ ਤਜੀ ਇੱਕ ਬਾਰੀ, ਹਮਕੋ ਸਭ ਮੈਂ ਕੀਨ ਖੁਆਰੀ। ਤੇਰੇ ਵਿੱਚ ਤਾਂ ਕੋਈ ਲੱਜਾ ਨਹੀਂ, ਤੇਰੇ ਵਿੱਚ ਤਾਂ ਕੋਈ ਸ਼ਰਮ ਹੀ ਨਹੀਂ। ਤੂੰ ਤਾਂ ਸ਼ਰਮ ਲਾ ਕੇ ਖਾਦੀ ਹੋਈ ਹੈ, ਜਿਹਦੇ ਨਾਲ ਸਾਨੂੰ ਤੂੰ ਖੁਆਰ ਕਰ ਰਿਹਾ ਹੈ, ਨਾਲ ਸਾਡੀ ਸੁਪੁੱਤਰੀ ਨੂੰ ਵੀ ਕਰ ਰਿਹਾ ਹੈ। ਨਾਰ ਕਹਿਆ ਮੁਕੇ ਕੋ ਜੋ ਜਮਾਤਾ, ਭਇਓ ਫਕੀਰ ਤਜੇ ਤੇ ਤਾਤਾ। ਤੇ ਲੋਕ ਸਾਨੂੰ ਪਿੰਡ ਦੇ ਵਿੱਚ ਮਿਹਣੇ ਮਾਰਦੇ ਨੇ ਕਿ ਜਿਹੜਾ ਤੁਹਾਡਾ ਜਵਾਈ ਹੈ, ਉਹਨੇ ਤੁਹਾਡੀ ਪੁੱਤਰੀ ਨੂੰ ਘਰ ਦੇ ਵਿੱਚ ਇਕੱਲੇ ਛੱਡਿਆ ਏ। ਜਿਹੜੇ ਦੋ ਪੁੱਤਰ ਨੇ ਉਹਨਾਂ ਨੂੰ ਤੇ ਗਾਰੀਆਂ ਦੇ ਵਾਂਗੂ ਘਰ ਦੇ ਵਿੱਚ ਛੱਡ ਕਰਕੇ
ਤੇ ਆਪ ਦੇਸ਼ਾਂ ਪ੍ਰਦੇਸ਼ਾਂ ਦੀ ਸੈਰ ਕਰਦਾ ਫਿਰਦਾ ਹੈ। ਸ੍ਰੀ ਨਾਨਕ ਤੂਸ਼ਨ ਹੋਇ ਬੈਸੇ, ਸਨਮੁਖ ਬਚਨ ਪਨਿਓ ਨ ਕੈਸੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜਿਵੇਂ ਆਪਣੇ ਪਿਤਾ ਜੀ ਦੇ ਗਾੜੀ ਭਾਵ ਕਿ ਆਪਣੇ ਸਹੁਰਾ ਸਾਹਿਬ ਦੇ ਗਾੜੀ ਨਹੀਂ ਸਨ ਕੁਝ ਬੋਲੇ, ਇਸ ਤਰ੍ਹਾਂ ਹੁਣ ਆਪਣੀ ਸੱਸ ਦੇ ਬਚਨ ਵੀ ਸਾਧ ਸੰਗਤ ਜੀ ਐ ਬੜੀ ਨਿਮਰਤਾ ਦੇ ਨਾਲ ਸੁਣ ਰਹੇ ਨੇ। ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਹੰਕਾਰ ਨਹੀਂ, ਕਿਸੇ ਤਰ੍ਹਾਂ ਦੀ ਕੋਈ ਈਰਖਾ ਨਹੀਂ, ਬੜੇ ਪਿਆਰ ਦੇ ਨਾਲ ਆਪਣੀ ਸੱਸ ਚੰਦੋ ਰਾਣੀ ਦੇ ਜਿਹੜੇ ਬਚਨ ਉਹ ਸੁਣ ਰਹੇ ਹਨ। ਸੁਨੀ ਅਜਿਤੇ ਜਬ ਅਸ ਗਾਥਾ, ਮੂਲਾ ਲਰਤ ਗੁਰੂ ਕੇ ਸਾਥਾ। ਹੁਣ ਜਦੋਂ ਅਜਿੱਤੇ ਨੂੰ ਪਤਾ ਲੱਗਾ ਹੈ ਕਿ ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਸਹੁਰਾ ਮੂਲਾ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਲੜ ਰਿਹਾ ਹੈ। ਦੌਰਿਓ ਘਰ ਤੇ ਤੂਰਨ ਆਵਾ, 300 ਅਸ ਬਿਦ ਬਚਨ ਅਲਾਵਾ। ਤੇ ਸਾਧ ਸੰਗਤ ਜੀ ਪੈਰਾਂ ਦੇ ਵਿੱਚ ਜੁੱਤੀ ਪਾਏ ਤੋਂ ਬਗੈਰ ਭੱਜਾ ਆਇਆ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਹੋਏ ਨੇ। ਤੇ ਆ ਕਰਕੇ ਉਸ ਨੇ ਮੂਲੇ ਨੂੰ ਬਚਨ ਕੀਤੇ ਨੇ। ਬਚਨ ਕੀ ਨੇ? ਊਚੇ ਕਹਿ ਕਿਉ ਸੀਸ ਖਪਾਵਤ, ਕਿਉ ਤੁਮ ਦੁਖੀ ਹੋਏ ਪਛਤਾਵਤ। ਤੇ ਕਹਿਣ ਲੱਗਾ ਕਿ ਮੂਲਿਆ ਆ ਉੱਚੀ ਉੱਚੀ ਧਾਵਾਂ ਕਿਉਂ ਪਾ ਰਹੇ ਹੋ, ਆ ਉੱਚੀ ਉੱਚੀ ਰੌਲਾ ਕਿਉਂ ਤੁਸੀਂ ਪਾ ਰਹੇ ਹੋ, ਤੇ ਆ ਦੁੱਖ ਦੇ ਵਿੱਚ ਪਛਤਾਵਾ ਤੁਸੀਂ ਕਿਉਂ ਕਰ ਰਹੇ ਹੋ। ਮਹਾਪੁਰਖ ਉਰਮਤੋ ਉਚੇਰਾ, ਭੇਦ ਨ ਜਾਣ ਸਕਹੁ ਇਨ ਕੇਰਾ। ਤੇ ਕਹਿਣ ਲੱਗਾ ਕਿ ਜਿਨ੍ਹਾਂ ਨੂੰ ਤੁਸੀਂ ਲਾਹਨਤਾਂ ਪਾ ਰਹੇ ਹੋ ਨਾ, ਇਹ ਤਾਂ ਜਗਤ ਦੇ ਮਾਲਕ ਉਸ ਪਰਮਾਤਮਾ ਦਾ ਸਰੂਪ ਨੇ ਜਿਨ੍ਹਾਂ ਦੀ ਮਹਿਮਾ ਨੂੰ ਤੁਸੀਂ ਜਾਣ ਨਹੀਂ ਸਕੇ। ਅਜਿਹੇ ਬਚਨ ਅਜਿੱਤੇ ਨੇ ਮੂਲੇ ਦੇ ਨਾਲ ਕੀਤੇ ਨੇ। ਹੁਣ ਮੂਲੇ ਦੇ ਮਨ ਤੇ ਸਾਧ ਸੰਗਤ ਜੀ ਕੀ ਪ੍ਰਭਾਵ ਪਵੇਗਾ ਉਹ ਆਪਾਂ ਕੱਲ ਦੇ ਪ੍ਰਸੰਗ ਦੇ ਵਿੱਚ ਸਾਧ ਸੰਗਤ ਜੀ ਸਰਵਣ ਕਰਾਂਗੇ। ਆਓ ਆਪਣੀਆਂ ਹਾਜ਼ਰੀਆਂ ਸਾਧ ਸੰਗਤ ਜੀ ਲਵਾਉਣ ਲਈ, ਉਸ ਪੂਰੇ ਗੁਰ ਦੀ ਮਹਿਮਾ ਨੂੰ ਸਮਝਣ ਲਈ ਬਚਨ ਉਚਾਰੀਏ। ਤਿਨ ਕੇ ਦੁਖ ਕੋਟਕ ਦੂਰ ਗਏ, ਤਿਨ ਕੇ ਦੁਖ ਕੋਟਕ ਦੂਰ ਗਏ। ਤਿਨ ਕੇ ਦੁਖ ਕੋਟਕ ਦੂਰ ਗਏ, ਤਿਨ ਕੇ ਦੁਖ ਕੋਟਕ ਦੂਰ ਗਏ। मथुरा जिन अमृत नाम पियो, मथुरा जिन अमृत नाम पियो। मथुरा जिन अमृत नाम पियो, मथुरा जिन अमृत नाम पियो। तिन के दुख कोटक दूर गए, तिन के दुख कोटक दूर गए। दुख रोग संताप उतरे, दुख रोग संताप उतरे। दुख रोग संताप उतरे, दुख रोग संताप उतरे।
ਸੁਣੀ ਸੱਚੀ ਬਾਣੀ, ਸੁਣੀ ਸੱਚੀ ਬਾਣੀ। ਸੁਣੀ ਸੱਚੀ ਬਾਣੀ, ਸੁਣੀ ਸੱਚੀ ਬਾਣੀ। ਤਿਨ ਕੇ ਦੁਖ ਕੋਟਕ ਦੂਰ ਗਏ, ਤਿਨ ਕੇ ਦੁਖ ਕੋਟਕ ਦੂਰ ਗਏ। ਤਿਨ ਕੇ ਦੁਖ ਕੋਟਕ ਦੂਰ ਗਏ, ਤਿਨ ਕੇ ਦੁਖ ਕੋਟਕ ਦੂਰ ਗਏ। ਮਥੁਰਾ ਜਿਨ ਅੰਮ੍ਰਿਤ ਨਾਮ ਪੀਓ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਮਥੁਰਾ ਜਿਨ ਅੰਮ੍ਰਿਤ ਨਾਮ ਪੀਓ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਤਿਨ ਕੇ ਦੁਖ ਕੋਟਕ ਦੂਰ ਗਏ, ਤਿਨ ਕੇ ਦੁਖ ਕੋਟਕ ਦੂਰ ਗਏ। ਤਿਨ ਕੇ ਦੁਖ ਕੋਟਕ ਦੂਰ ਗਏ, ਤਿਨ ਕੇ ਦੁਖ ਕੋਟਕ ਦੂਰ ਗਏ। ਦੂਰ ਗਏ ਤਿਨ ਕੇ ਦੁਖ ਕੋਟਕ ਦੂਰ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ। ਸਤਿ ਸ੍ਰੀ ਅਕਾਲ।